ਬੁੱਲ੍ਹੇ ਸ਼ਾਹ ਇੱਕ ਪ੍ਰਸਿੱਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਡੰਡੀ ਉਹਨਾਂ ਨੂੰ ਪੰਜਾਬੀ ਸੂਫੀ ਕਾਵਿ ਦੇ ਚਾਰ ਮੀਨਾਰਾਂ ਬਾਬਾ ਫਰੀਦ ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ ਵਿੱਚ ਗਿਣਿਆ ਜਾਂਦਾ ਹੈ। ਡੰਡੀ ਉਹਨਾਂ ਦਾ ਅਸਲੀ ਨਾਂ ਅਬਦੁੱਲਾ ਸ਼ਾਹ ਸੀ ਅਤੇ ਉਹ ਇਸਲਾਮ ਦੇ ਅੰਤਮ ਨਬੀ ਮੁਹੰਮਦ ਦੀ ਪੁੱਤਰੀ ਫਾਤਿਮਾ ਦੇ ਵੰਸ਼ ਵਿੱਚੋਂ ਸਨ। ਡੰਡੀ ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਬੜੇ ਸ਼ੌਕ ਨਾਲ ਗਾਈਆਂ ਅਤੇ ਸੁਣੀਆਂ ਜਾਂਦੀਆਂ ਹਨ। ਡੰਡੀ 17ਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ 1680 ਵਿੱਚ ਪੱਛਮੀ ਪਾਕਿਸਤਾਨ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮਕ ਪਿੰਡ ਵਿੱਚ ਹੋਇਆ। ਡੰਡੀ ਬੁੱਲ੍ਹੇ ਸ਼ਾਹ ਨੇ ਮੁੱਢਲੀ ਸਿੱਖਿਆ ਦੂਜੇ ਬਾਲਕਾਂ ਵਾਂਗ ਆਪਣੇ ਪਿਤਾ ਸਖੀ ਮੁਹੰਮਦ ਦਰਵੇਸ਼ ਪਾਸੋਂ ਪ੍ਰਾਪਤ ਕੀਤੀ। ਡੰਡੀ ਵਾਰਿਸ ਸ਼ਾਹ ਵਾਂਗ ਹੀ ਬੁੱਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁੱਖ ਨਸੀਬ ਨਾ ਹੋਇਆ। ਡੰਡੀ ਬੁੱਲ੍ਹੇ ਸ਼ਾਹ ਬਾਲਪੁਣੇ ਤੋਂ ਹੀ ਰੱਬ ਦਾ ਪਿਆਰਾ ਭਗਤ ਅਤੇ ਕਰਨੀ ਭਰਪੂਰ ਤੇ ਉੱਚੇ ਆਸ਼ਿਆਂ ਵਾਲਾ ਪ੍ਰਾਣੀ ਸੀ। ਡੰਡੀ ਬੁੱਲ੍ਹੇ ਸ਼ਾਹ ਨੇ ਸ਼ਾਹ ਅਨਾਇਤ ਕਾਦਰੀ ਨੂੰ ਆਪਣਾ ਗੁਰੂ ਧਾਰਨ ਕੀਤਾ। ਡੰਡੀ ਕੇਵਲ ਉਸ ਦੀ ਭੈਣ ਨੇ ਉਸ ਨੂੰ ਸਹੀ ਅਰਥਾਂ ਵਿੱਚ ਸਮਝਿਆ। ਡੰਡੀ ਉਹ ਵੀ ਬੁੱਲ੍ਹੇ ਵਾਂਗ ਪੱਕੀ ਸੂਫੀ ਸੀ। ਡੰਡੀ ਉਹ ਸਾਰੀ ਉਮਰ ਕੁਆਰੀ ਰਹੀ। ਡੰਡੀ ਅਨੁਸਾਰ ਬੁੱਲ੍ਹੇ ਨੇ ਗੁਲਾਮ ਮੁਰਤਜ਼ਾ ਦੇ ਚਰਨਾਂ ਵਿੱਚ ਬਹਿ ਕੇ ਸਿੱਖਿਆ ਹਾਸਲ ਕੀਤੀ। ਡੰਡੀ ਮੌਲਵੀ ਸਾਹਿਬ ਬਹੁਤ ਵੱਡੇ ਫਾਰਸੀ ਅਰਬੀ ਦੇ ਆਲਮ ਸਨ। ਡੰਡੀ ਆਪ ਨੇ ਸ਼ੇਖ ਸਾਅਦੀ ਦੀ ਗੁਲਿਸਤਾਨ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਡੰਡੀ ਜ਼ਾਹਰੀ ਇਲਮ ਸਿੱਖਣ ਤੋਂ ਪਿੱਛੋਂ ਰੂਹਾਨੀ ਇਲਮ ਦੀ ਭੁੱਖ ਚਮਕੀ। ਡੰਡੀ ਜਵਾਨੀ ਵਿੱਚ ਪੈਰ ਧਰਿਆ ਤੇ ਕੁਝ ਮਜਜੂਬ ਹੋ ਗਏ। ਰੱਬੀ ਪਿਆਰ ਵਿੱਚ ਲੀਨ ਰਹਿਣ ਲੱਗੇ। ਡੰਡੀ ਮੌਲਾ ਬਖਸ਼ ਕੁਸ਼ਤਾ ਅਨੁਸਾਰ ਕਸੂਰ ਪਿੱਛੋਂ ਉਹ ਇੱਕ ਵਾਰ ਫਿਰਦੇ ਫਿਰਾਂਦੇ ਬਟਾਲਾ ਗੁਰਦਾਸਪੁਰ ਪਹੁੰਚੇ। ਡੰਡੀ ਮਨਸੂਰ ਵਾਂਗੂ ਮੂੰਹੋਂ ਨਿਕਲਿਆ, ਮੈਂ ਅੱਲਾ ਹਾਂ। ਮਨਸੂਰ ਨੇ ਕਿਹਾ ਸੀ, ਅਨਹਲਕ। ਡੰਡੀ ਲੋਕ ਬੁੱਲ੍ਹੇ ਨੂੰ ਦਰਬਾਰ ਫਾਜ਼ਲਾ ਦੇ ਮੋਢੀ ਸ਼ੇਖ ਫਾਜ਼ਲ ਉਦ ਦੀਨ ਕੋਲ ਲੈ ਗਏ। ਡੰਡੀ ਉਹਨਾਂ ਫਰਮਾਇਆ, ਇਹ ਸੱਚ ਕਹਿੰਦਾ ਹੈ ਕਿ ਇਹ ਅੱਲਾ ਅਰਥਾਤ ਕੱਚਾ ਅੱਲ੍ਹੜ ਹੈ। ਇਸ ਨੂੰ ਆਖੋ ਸ਼ਾਹ ਅਨਾਇਤ ਕੋਲ ਜਾ ਤੇ ਪੱਕ ਆਵੇ। ਡੰਡੀ ਬੁੱਲ੍ਹੇ ਸ਼ਾਹ ਨੇ 156 ਕਾਫੀਆਂ, ਇੱਕ 12ਵਾਂ, 40 ਗੰਢਾਂ, ਇੱਕ ਅਠਵਾਰਾ, 3 ਸਹਿਰਫੀਆਂ ਤੇ 49 ਦੋਹੜੇ ਆਦਿ ਲਿਖੇ ਹਨ। ਡੰਡੀ ਸਭ ਤੋਂ ਵੱਧ ਪ੍ਰਸਿੱਧੀ ਉਸ ਦੀਆਂ ਕਾਫੀਆਂ ਨੂੰ ਮਿਲੀ ਹੈ। ਡੰਡੀ ਕਰੇਲੇ
ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹਨ। ਡੰਡੀ ਕਰੇਲਾ ਖਾਣ ਜਾਂ ਜੂਸ ਪੀਣ ਨਾਲ ਸਾਡੀ ਸਿਹਤ ਨੂੰ ਕਾਫੀ ਲਾਭ ਹੁੰਦਾ ਹੈ। ਡੰਡੀ ਇਹ ਸਾਡੇ ਖੂਨ ਤੋਂ ਲੈ ਕੇ ਲੀਵਰ ਤੱਕ ਠੀਕ ਰੱਖਦੇ ਹਨ। ਡੰਡੀ ਕਰੇਲਾ ਦਵਾਈਆਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਡੰਡੀ ਹਾਲਾਂਕਿ ਇਹ ਸਵਾਦ ਵਿੱਚ ਕੌੜਾ ਹੁੰਦਾ ਹੈ, ਪਰ ਰੋਜ਼ਾਨਾ ਇੱਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਡੰਡੀ ਕੱਚੇ ਕਰੇਲੇ ਦਾ ਜੂਸ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਵਿੱਚ ਸਾਰੇ ਵਿਟਾਮਿਨਸ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕਿ ਸਰੀਰ ਨੂੰ ਚਾਹੀਦੇ ਹੁੰਦੇ ਹਨ। ਡੰਡੀ ਆਓ ਤੁਹਾਨੂੰ ਦੱਸਦੇ ਹਾਂ ਰੋਜ਼ ਸਵੇਰੇ ਕਰੇਲੇ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ। ਸ਼ੂਗਰ ਕੰਟਰੋਲ ਕਰਨ ਲਈ ਤੁਸੀਂ 3 ਦਿਨਾਂ ਤੱਕ ਖਾਲੀ ਪੇਟ ਸਵੇਰੇ ਕਰੇਲੇ ਦਾ ਜੂਸ ਲੈ ਸਕਦੇ ਹੋ। ਡੰਡੀ ਕਰੇਲੇ ਦਾ ਜੂਸ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ। ਡੰਡੀ ਭੁੱਖ ਨਾ ਲੱਗਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲ ਸਕਦਾ, ਜਿਸ ਨਾਲ ਸਿਹਤ ਨਾਲ ਸੰਬੰਧਿਤ ਪਰੇਸ਼ਾਨੀਆਂ ਹੁੰਦੀਆਂ ਹਨ। ਡੰਡੀ ਇਸ ਲਈ ਕਰੇਲੇ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ, ਜਿਸ ਨਾਲ ਭੁੱਖ ਵੱਧਦੀ ਹੈ। ਡੰਡੀ ਇੱਕ ਕੱਪ ਕਰੇਲੇ ਦੇ ਜੂਸ ਵਿੱਚ 1 ਚਮਚਾ ਨਿੰਬੂ ਦਾ ਜੂਸ ਮਿਲਾ ਲਓ। ਡੰਡੀ ਇਸ ਮਿਸ਼ਰਣ ਦੀ ਵਰਤੋਂ ਖਾਲੀ ਪੇਟ ਕਰੋ। ਡੰਡੀ 3 ਤੋਂ 6 ਮਹੀਨਿਆਂ ਤੱਕ ਇਸ ਦੀ ਵਰਤੋਂ ਕਰਨ ਨਾਲ ਚਮੜੀ 'ਤੇ ਸੋਰਾਇਸਿਸ ਦੇ ਲੱਛਣ ਦੂਰ ਹੁੰਦੇ ਹਨ। ਡੰਡੀ ਇਹ ਤੁਹਾਡੀ ਰੋਗ ਵਿਰੋਧੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਅਤੇ ਸੋਰਾਇਸਿਸ ਨੂੰ ਕੁਦਰਤੀ ਰੂਪ ਨਾਲ ਠੀਕ ਕਰਨ ਵਿੱਚ ਮਦਦ ਕਰਦਾ ਹੈ। ਡੰਡੀ ਰੋਜ਼ਾਨਾ 1 ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਡੰਡੀ ਨਾਲ ਹੀ ਇਹ ਲੀਵਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ, ਜਿਸ ਨਾਲ ਲੀਵਰ ਸਹੀ ਕੰਮ ਕਰਦਾ ਹੈ ਅਤੇ ਲੀਵਰ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਡੰਡੀ ਕਰੇਲੇ ਦਾ ਜੂਸ ਕਮਜ਼ੋਰ ਪਾਚਨ ਤੰਤਰ ਨੂੰ ਠੀਕ ਕਰਦਾ ਹੈ। ਡੰਡੀ ਇਸ ਲਈ ਬਿਹਤਰ ਪਾਚਨ ਸਮਰੱਥਾ ਲਈ ਹਫ਼ਤੇ ਵਿੱਚ 1 ਵਾਰ ਸਵੇਰੇ ਕਰੇਲੇ ਦਾ ਜੂਸ ਜ਼ਰੂਰ ਲਓ। ਡੰਡੀ ਕਰੇਲੇ ਦਾ ਜੂਸ ਸਰੀਰ ਵਿੱਚ ਇੱਕ ਕੁਦਰਤੀ ਖੂਨ ਸੋਧਕ ਦੇ ਰੂਪ ਵਿੱਚ ਕੰਮ ਕਰਦਾ ਹੈ। ਡੰਡੀ ਇਹ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਡੰਡੀ ਇਸ ਲਈ ਖੂਨ ਨੂੰ ਸਾਫ਼ ਕਰਨ ਅਤੇ ਫਿਣਸੀਆਂ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰੋਜ਼ 1 ਗਲਾਸ ਕਰੇਲੇ ਦਾ ਜੂਸ ਜ਼ਰੂਰ ਪੀਓ। ਡੰਡੀ ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1852 ਨੂੰ ਪਿੰਡ ਆਨੰਦਪੁਰ ਕਲੌੜ, ਰਿਆਸਤ ਪਟਿਆਲਾ ਦੇ ਕੱਪੜਾ ਬੁਣਨ ਦਾ ਕਿੱਤਾ ਕਰਨ ਵਾਲੇ ਭਾਈ ਦੀਵਾਨ ਸਿੰਘ ਜੀ ਦੇ ਘਰ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਹੋਇਆ। ਡੰਡੀ ਆਰੰਭ ਵਿੱਚ ਆਪਣੇ ਸਾਧੂ ਪਿਤਾ ਅਤੇ ਅੰਬਾਲੇ ਜ਼ਿਲ੍ਹੇ ਦੇ ਵਿਦਵਾਨ ਸਾਧੂਆਂ ਦੇ ਡੇਰਿਆਂ, ਵਿਸ਼ੇਸ਼ ਕਰਕੇ ਅੰਬਾਲੇ ਦੇ ਉੱਘੇ ਵਿਦਵਾਨ ਸੰਤ ਗੁਰਬਖਸ਼ ਸਿੰਘ ਤੋਂ ਵਿੱਦਿਆ ਪੜ੍ਹ ਕੇ ਬਚਪਨ ਵਿੱਚ ਹੀ ਇਤਨੀ ਨਿਪੁੰਨਤਾ ਹਾਸਲ
ਕਰ ਲਈ ਸੀ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਇਸ ਛੋਟੇ ਜਿਹੇ ਵਿਦਵਾਨ ਦਿੱਤ ਰਾਮ ਸਾਧੂ ਦੀ ਪੂਜਾ ਕਰਨ ਲੱਗ ਪਏ ਸਨ। ਡੰਡੀ ਇਸ ਗੱਲ ਦਾ ਪਤਾ ਗੁਲਾਬ ਦਾਸੀਆਂ ਦੇ ਭਾਈ ਦਿੱਤ ਸਿੰਘ ਵਿਰੁੱਧ ਕੱਢੇ ਇਸ਼ਤਿਹਾਰ ਤੋਂ ਲੱਗਦਾ ਹੈ। ਡੰਡੀ ਉਹਨਾਂ ਦਾ ਮੁੱਢਲਾ ਜੀਵਨ ਸੰਸਕ੍ਰਿਤ, ਬ੍ਰਜ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀ ਸਿਖਲਾਈ ਦੇ ਨਾਲ ਨਾਲ ਭਾਰਤੀ ਦਰਸ਼ਨ ਦੇ ਡੂੰਘੇ ਅਧਿਐਨ ਅਤੇ ਅਭਿਆਸ ਤੋਂ ਸ਼ੁਰੂ ਹੁੰਦਾ ਹੈ। ਡੰਡੀ ਚਾਰੇ ਵੇਦ, ਉਪਨਿਸ਼ਦਾਂ, ਸ਼ਾਸਤਰ ਅਤੇ ਪੁਰਾਣਾਂ ਦਾ ਦੀਰਘ ਅਧਿਐਨ ਉਹਨਾਂ ਦੀ ਅੰਤਰੀਵ ਸੱਚ ਦੀ ਤਲਾਸ਼ ਵੀ ਸ਼ਿੱਦਤ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰਦਾ। ਡੰਡੀ ਇੱਕ ਤਰ੍ਹਾਂ ਨਾਲ ਭਾਈ ਦਿੱਤ ਸਿੰਘ ਜੀ ਦਾ ਜੀਵਨ ਮਾਰਗ ਤੀਸਰੇ ਗੁਰੂ ਅਮਰਦਾਸ ਜੀ ਦੇ ਜੀਵਨ ਪੱਖ ਦਾ ਹੀ ਅਨੁਯਾਈ ਹੋ ਕੇ ਚੱਲਦਾ ਹੈ। ਡੰਡੀ ਜਿਵੇਂ ਗੁਰੂ ਅਮਰਦਾਸ ਜੀ ਨੇ ਭਾਰਤੀ ਦਰਸ਼ਨ ਦਾ ਨਿੱਠ ਕੇ ਅਧਿਐਨ ਕੀਤਾ ਅਤੇ ਭਾਰਤ ਦੇ ਵੱਖਰੇ ਵੱਖਰੇ ਤੀਰਥਾਂ ਦੀ ਯਾਤਰਾ ਕੀਤੀ। ਡੰਡੀ ਪਰੰਤੂ ਉਹਨਾਂ ਦੇ ਅੰਤਰੀਵ ਸਵੈ ਨੂੰ ਕਿਸੇ ਅਜਿਹੇ ਗੁਰੂ ਦੀ ਤਲਾਸ਼ ਸੀ ਜਿਸ ਦੀ ਪ੍ਰਾਪਤੀ ਕੇਵਲ ਗੁਰੂ ਨਾਨਕ ਅਥਵਾ ਗੁਰੂ ਅੰਗਦ ਦੇਵ ਸਾਹਿਬ ਦੀ ਰਚੀ ਬਾਣੀ ਵਿੱਚੋਂ ਹੀ ਸੰਭਵ ਹੋ ਸਕਦੀ ਸੀ। ਡੰਡੀ ਜਦੋਂ ਉਹਨਾਂ ਨੇ ਸਵੇਰ ਵੇਲੇ ਆਪਣੇ ਭਰਾ ਦੀ ਨੂੰਹ ਬੀਬੀ ਅਮਰੋ ਜੋ ਕਿ ਗੁਰੂ ਅੰਗਦ ਸਾਹਿਬ ਦੀ ਬੇਟੀ ਸੀ ਤੋਂ ਆਸਾ ਦੀ ਵਾਰ ਦਾ ਪਾਠ ਸੁਣਿਆ ਤਾਂ ਉਹਨਾਂ ਨੇ ਗੁਰੂ ਦੇ ਸ਼ਬਦਾਂ ਵਿੱਚੋਂ ਹੀ ਗੁਰੂ ਦਾ ਰੂਪ ਦਿਸਿਆ ਜਿਸ ਨੂੰ ਕਿ ਭਾਰਤੀ ਧਰਮ ਗ੍ਰੰਥਾਂ ਵਿੱਚੋਂ ਕਿਆਸ ਕਰਨਾ ਅਸੰਭਵ ਸੀ। ਇਸੇ ਤਰ੍ਹਾਂ ਭਾਈ ਦਿੱਤ ਸਿੰਘ ਜੀ ਆਪਣੇ ਮੁੱਢਲੇ ਜੀਵਨ ਵਿੱਚ ਵੱਖ-ਵੱਖ ਧਰਮਾਂ ਦੇ ਅਧਿਐਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ। ਡੰਡੀ ਜਦੋਂ ਸਵਾਮੀ ਰਾਮ ਜੀ ਨਾਲ ਉਹਨਾਂ ਦਾ ਕ੍ਰਮਵਾਰ 3 ਵਾਰ ਸੰਵਾਦ ਹੋਇਆ ਤਾਂ ਭਾਵੇਂ ਉਹ ਇਸ ਵੇਲੇ ਵੇਦਾਂ ਅਤੇ ਵੇਦਾਂਤ ਨੂੰ ਵੀ ਆਧਾਰ ਬਣਾ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਸ਼ਿਕਸਤ ਦਿੰਦੇ ਹਨ। ਡੰਡੀ ਪਰੰਤੂ ਇਸ ਸ਼ਿਕਸਤ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਗਿਆਨੀ ਦਿੱਤ ਸਿੰਘ ਜੀ ਨੂੰ ਸਵਾਮੀ ਜੀ ਨਾਲ ਰਚੇ ਇਸ ਸੰਵਾਦ ਸਮੇਂ ਗੁਰੂ ਦੇ ਸ਼ਬਦ ਵੀ ਕੋਈ ਅਚੇਤ ਨੇੜਤਾ ਜ਼ਰੂਰ ਸੀ। ਡੰਡੀ ਜਿਵੇਂ ਭਗਤ ਬਾਣੀ ਨੂੰ ਗੁਰੂ ਨਾਨਕ ਦੀ ਆਮਦ ਤੋਂ ਪਹਿਲਾਂ ਹੀ ਉਹਨਾਂ ਦੇ ਦੇਵੀ ਆਵੇਸ਼ ਰਾਹੀਂ ਗੁਰੂ ਨੇੜਤਾ ਅਚੇਤ ਰੂਪ ਵਿੱਚ ਅਵੱਸ਼ ਹੀ ਹਾਸਲ ਹੈ। ਡੰਡੀ ਗੁਰੂ ਗ੍ਰੰਥ ਵਿੱਚ ਸ਼ਾਮਲ ਭਗਤਾਂ ਦੀ ਬਾਣੀ ਭਾਰਤੀ ਦਰਸ਼ਨ ਅਤੇ ਕਰਮ ਕਾਂਡ ਦਾ ਅਚੇਤ ਜਾਂ ਸੁਚੇਤ ਰੂਪ ਵਿੱਚ ਲਗਾਤਾਰ ਖੰਡਨ ਕਰਦੀ ਹੈ। ਡੰਡੀ ਗਿਆਨੀ ਦਿੱਤ ਸਿੰਘ ਜੀ ਦਾ ਪਵਿੱਤਰ ਜੀਵਨ ਅਤੇ ਭਾਰਤੀ ਦਰਸ਼ਨ ਦਾ ਲਗਾਤਾਰ ਅਭਿਆਸ ਉਹਨਾਂ ਨੂੰ ਗੁਰੂਆਂ ਅਥਵਾ ਭਗਤਾਂ ਵਾਂਗ ਹੀ ਗੁਰੂ ਸ਼ਬਦ ਦੀ ਨੇੜਤਾ ਵਿੱਚ ਅਚੇਤ ਹੀ ਲਿਆ ਰਿਹਾ ਹੈ। ਡੰਡੀ ਸਟਾਰਟ ਸੰਨ 1960 ਵਿੱਚ ਦੁਨੀਆ ਦੀ ਕੁੱਲ ਆਬਾਦੀ ਵਿੱਚ 60 ਸਾਲ ਤੋਂ ਉੱਪਰ ਦੇ ਬੁੱਢਿਆਂ ਦੀ ਗਿਣਤੀ ਕੋਈ 20 ਕਰੋੜ ਦੇ ਲਗਭਗ ਸੀ। ਡੰਡੀ ਬੁੱਢਿਆਂ ਦੀ ਇਹ ਸੰਖਿਆ 1970 ਵਿੱਚ ਵੱਧ ਕੇ ਕੋਈ 30 ਕਰੋੜ ਦੇ ਕਰੀਬ ਹੋ ਗਈ ਸੀ। ਡੰਡੀ ਇਹਨਾਂ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਿਰਾਂ ਦਾ ਖਿਆਲ ਹੈ ਕਿ ਇਸ ਸਦੀ ਦੇ ਅੰਤ ਤੱਕ ਇਹ ਗਿਣਤੀ 60 ਕਰੋੜ ਤੋਂ ਵੱਧ ਹੋ ਜਾਵੇਗੀ। ਡੰਡੀ
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਸੋਂ ਦੀ ਕੁੱਲ ਆਬਾਦੀ ਵਿੱਚ ਬੁੱਢਿਆਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਡੈਂਡੀ, ਜਿੱਥੋਂ ਤੱਕ ਸਾਡੇ ਆਪਣੇ ਦੇਸ਼ ਦਾ ਸਬੰਧ ਹੈ, 1971 ਦੀ ਮਰਦਮਸ਼ੁਮਾਰੀ ਦੀ ਰਿਪੋਰਟ ਮੁਤਾਬਕ ਸਾਡੀ ਆਪਣੀ ਕੁੱਲ ਆਬਾਦੀ ਵਿੱਚ 3 ਕਰੋੜ ਬੁੱਢੇ ਸਨ। ਡੈਂਡੀ, ਇਹ ਖਿਆਲ ਕੀਤਾ ਜਾਂਦਾ ਹੈ ਕਿ ਇਹ ਸੰਖਿਆ ਨਵੀਂ ਮਰਦਮਸ਼ੁਮਾਰੀ ਤੱਕ ਵੱਧ ਕੇ 4 ਕਰੋੜ ਹੋ ਜਾਵੇਗੀ। ਡੈਂਡੀ, ਭਾਰਤ ਦੇ ਕਈ ਵੱਡੇ ਸ਼ਹਿਰਾਂ ਵਿੱਚ 80 ਲੱਖ ਦੇ ਕਰੀਬ ਬੁੱਢੇ ਰਹਿੰਦੇ ਹਨ, ਜਦ ਕਿ ਇਹ ਗਿਣਤੀ ਪਿੰਡਾਂ ਵਿੱਚ ਕੋਈ 3 ਕਰੋੜ ਦੇ ਕਰੀਬ ਸਮਝੀ ਜਾਂਦੀ ਹੈ। ਡੈਂਡੀ, ਬੁੱਢਿਆਂ ਦੀ ਰੱਖਿਆ ਲਈ ਭਾਰਤੀ ਸੰਵਿਧਾਨ ਦੀ ਧਾਰਾ 41 ਦੇ ਅਧੀਨ ਬੁਢਾਪੇ ਵਿੱਚ ਸਹਾਇਤਾ ਦੇਣ ਸੰਬੰਧੀ ਲਿਖਿਆ ਗਿਆ ਹੈ। ਡੈਂਡੀ, ਇਸੇ ਤਰ੍ਹਾਂ ਵੱਖ-ਵੱਖ ਸਮੇਂ ਸਾਡੀਆਂ 5 ਸਾਲਾ ਯੋਜਨਾਵਾਂ ਵਿੱਚ ਬੁੱਢਿਆਂ ਨੂੰ ਸਹਾਇਤਾ ਦੇਣ ਲਈ ਸਕੀਮਾਂ ਘੜੀਆਂ ਗਈਆਂ ਸਨ। ਡੈਂਡੀ, ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਸੀਂ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਬੁੱਢਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜਾਂ ਤਾਂ ਉਹਨਾਂ ਨੂੰ ਸਹਾਇਤਾ ਦੇਣ ਲਈ ਕੋਈ ਵੀ ਕੌਮੀ ਪੱਧਰ ਦੀ ਨੀਤੀ ਜਾਂ ਪ੍ਰੋਗਰਾਮ ਅਮਲ ਵਿੱਚ ਨਹੀਂ ਲਿਆ ਸਕੇ, ਜਦ ਕਿ ਬੁੱਢਿਆਂ ਦੀ ਗਿਣਤੀ ਪੱਖੋਂ ਭਾਰਤ ਸੰਸਾਰ ਵਿੱਚ ਦੂਜੇ ਨੰਬਰ 'ਤੇ ਆਉਂਦਾ ਹੈ। ਡੈਂਡੀ, ਬੁੱਢਿਆਂ ਨੂੰ ਇਸ ਉਮਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚ ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਸਮੱਸਿਆਵਾਂ ਸ਼ਾਮਲ ਹਨ। ਡੈਂਡੀ, ਆਰਥਿਕ ਪੱਖੋਂ ਬੁੱਢਿਆਂ ਦੀ ਸਮੱਸਿਆ ਇਹੀ ਹੈ ਕਿ ਉਹ ਖਾਣ ਕਿੱਥੋਂ? ਇਸ ਕਰਕੇ ਸਾਡੇ ਸਮਾਜ ਵਿੱਚ ਪੈਸਾ ਜੋੜਨ ਦੀ ਰੁਚੀ ਪ੍ਰਧਾਨ ਹੈ। ਡੈਂਡੀ, ਅੱਜ ਸਾਰਾ ਸੰਸਾਰ ਵਧੇਰੇ ਗਤੀਸ਼ੀਲ ਢੰਗ ਨਾਲ ਅੱਗੇ ਵਧਣ ਦੀ ਦੌੜ ਵਿੱਚ ਜੁਟਿਆ ਹੋਇਆ ਹੈ। ਡੈਂਡੀ, ਅਮਰੀਕਾ, ਰੂਸ, ਜਾਪਾਨ, ਫਰਾਂਸ, ਜਰਮਨੀ ਵਰਗੇ ਦੇਸ਼ ਨਿੱਤ ਨਵੀਆਂ ਖੋਜਾਂ ਨਾਲ ਜਨ ਜੀਵਨ ਨੂੰ ਵਧੇਰੇ ਸੁਖਾਲਾ, ਆਰਾਮਦੇਹ, ਮੰਤਵਪੂਰਨ ਤੇ ਖੁਸ਼ਹਾਲ ਬਣਾਉਣ ਵਿੱਚ ਤਤਪਰ ਹਨ। ਡੈਂਡੀ, ਜਾਪਾਨ ਨੇ ਤਾਂ ਇਸ ਖੇਤਰ ਵਿੱਚ ਹੱਦ ਕਰ ਦਿੱਤੀ ਹੈ। ਡੈਂਡੀ, ਜਿਹੜੀ ਗੱਲ ਅੱਜ ਕਿਸੇ ਲਈ ਅਸੰਭਵ ਹੈ, ਉਸ ਨੂੰ ਕੱਲ੍ਹ ਜਾਪਾਨ ਸਾਖਿਆਤ ਰੂਪ ਦੇ ਕੇ ਉਸ ਨੂੰ ਅਸੰਭਵਤਾ ਨੂੰ ਸੰਭਵਤਾ ਵਿੱਚ ਬਦਲਣ ਦੀ ਤਾਕਤ ਰੱਖਣ ਦਾ ਪ੍ਰਦਰਸ਼ਨ ਕਰ ਵਿਖਾਉਂਦਾ ਹੈ। ਡੈਂਡੀ, ਅਜਿਹੀ ਹਾਲਤ ਵਿੱਚ ਸਾਨੂੰ 21ਵੀਂ ਸਦੀ ਵਿੱਚ ਪ੍ਰਵੇਸ਼ ਕਰਨ ਲਈ ਨਵੀਆਂ ਉਮੰਗਾਂ, ਨਵੀਆਂ ਧਾਰਨਾਵਾਂ, ਨਵੀਆਂ ਲੋੜਾਂ, ਨਵੀਆਂ ਤਰੱਕੀਆਂ ਦੀਆਂ ਨਵੀਆਂ ਚੁਣੌਤੀਆਂ ਦਾ ਨਵੇਂ ਸਿਰਿਓਂ ਮੁਕਾਬਲਾ ਕਰਨਾ ਹੋਵੇਗਾ। ਡੈਂਡੀ, ਹਰ ਇੰਚ ਜ਼ਮੀਨ ਤੋਂ ਲਾਭ ਲੈਣ ਦੇ ਪ੍ਰੋਗਰਾਮ ਬਣਾਉਣੇ ਪੈਣਗੇ ਅਤੇ ਦੇਸ਼ ਦੇ ਹਰ ਸੋਮੇ ਨੂੰ ਵਧੀਆ ਤੋਂ ਵਧੀਆ ਢੰਗ ਨਾਲ ਇਸਤੇਮਾਲ ਕਰਨ ਦੀ ਪਿਰਤ ਪਾਉਣੀ ਪਵੇਗੀ। ਡੈਂਡੀ, ਊਰਜਾ ਨੂੰ ਹੀ ਲਵੋ। ਡੈਂਡੀ, ਇਹ ਆਧੁਨਿਕ ਮਨੁੱਖ ਦੀ ਜ਼ਿੰਦਗੀ ਨਾਲ ਇਵੇਂ ਵਾਬਸਤਾ ਹੋ ਗਈ ਹੈ ਜਿਵੇਂ ਉਸ ਦੇ ਪ੍ਰਾਣ ਹਨ। ਡੈਂਡੀ, ਇਸ ਲਈ ਇਸ ਦੀ ਉਪਲਬਧਤਾ ਤੇ ਸਹਿਯੋਗ ਵਰਤੋਂ ਵੱਲ ਪ੍ਰਮੁੱਖ ਰੂਪ ਵਿੱਚ ਸੁਚੇਤ ਰਹਿਣਾ ਪਵੇਗਾ। ਡੈਂਡੀ, ਜਿੱਥੋਂ ਕਿਤੋਂ ਵੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ, ਉਸ ਲਈ ਅਣਥੱਕ ਉਪਰਾਲੇ
ਜੁਟਾਏ ਜਾਣੇ ਸਾਡੀ ਪ੍ਰਥਮ ਆਵਸ਼ਕਤਾ ਹੋਣੀ ਚਾਹੀਦੀ ਹੈ। ਡੰਡੀ ਰਵਾਇਤੀ ਸਾਧਨਾ ਦੇ ਨਾਲ ਨਾਲ ਗੈਰ ਰਵਾਇਤੀ ਸਾਧਨਾ ਨੂੰ ਵੀ ਅਣਗੌਲਿਆਂ ਨਹੀਂ ਸੁੱਟਣਾ ਚਾਹੀਦਾ ਅਤੇ ਇਸ ਦੇ ਨਾਲ ਨਾਲ ਸਾਨੂੰ ਇਹ ਵੀ ਸੁਭਾਅ ਬਣਾ ਲੈਣਾ ਚਾਹੀਦਾ ਹੈ ਕਿ ਅਸੀਂ ਊਰਜਾ ਦੇ ਸੰਜਮ ਨਾਲ ਇਸਤੇਮਾਲ ਕਰੀਏ ਅਤੇ ਇਸ ਨੂੰ ਇੱਕ ਦੁਰਲੱਭ ਤੇ ਮਹੱਤਵਪੂਰਨ ਵਸਤੂ ਸਮਝ ਕੇ ਇਸ ਦੀ ਵਰਤੋਂ ਵਿੱਚ ਪੂਰੀ ਬਚਤ ਵਰਤੀਏ। ਡੰਡੀ ਬੂੰਦ ਬੂੰਦ ਨਾਲ ਤਲਾਬ ਭਰਦੇ ਹਨ। ਡੰਡੀ ਇਸ ਲਈ ਇਸ ਖੇਤਰ ਵਿੱਚ ਸਾਡੀ ਥੋੜ੍ਹੀ ਥੋੜ੍ਹੀ ਬਚਤ ਤੇ ਸੰਜਮੀ ਪ੍ਰਵਿਰਤੀ ਬੜੇ ਹੈਰਾਨਕੁੰਨ ਨਤੀਜੇ ਸਾਹਮਣੇ ਲਿਆ ਸਕਦੀ ਹੈ, ਜਿਸ ਨਾਲ ਦੇਸ਼ ਦੀ ਤਰੱਕੀ ਦੇ ਪੈੜ ਮੋਕਲੇ ਹੋ ਸਕਦੇ ਹਨ। ਡੰਡੀ ਹਰ ਨਾਗਰਿਕ ਚਾਹੇ ਉਹ ਜਿੱਥੇ ਵੀ ਬੈਠਾ ਹੈ, ਜੋ ਕੁਝ ਵੀ ਕਰ ਰਿਹਾ ਹੈ, ਜੇਕਰ ਆਪਣੇ ਕਾਰਜ ਉਦਮਾਂ ਵਿੱਚ ਵਧੇਰੇ ਤਰਾਣ ਪੈਦਾ ਕਰੇ, ਆਪਣੇ ਹਰ ਪ੍ਰਕਾਰ ਦੇ ਉਪਭੋਗਾਂ ਵਿੱਚ ਕੁਝ ਵਧੇਰੇ ਸੰਜਮ ਵਰਤੇ, ਤਾਂ ਦੇਸ਼ ਦੀ ਪ੍ਰਗਤੀ ਦੇ ਪਹੀਏ ਨੂੰ ਵਧੇਰੇ ਗਤੀਸ਼ੀਲ ਕਰਨ ਵਿੱਚ ਉਹ ਇੱਕ ਠੋਸ ਭੂਮਿਕਾ ਨਿਭਾ ਰਿਹਾ ਹੋਵੇਗਾ। ਡੰਡੀ ਇਸ ਸਮੇਂ ਇਸ ਭਾਵਨਾ ਦੀ ਅਤਿਅੰਤ ਲੋੜ ਹੈ, ਕਿਉਂਕਿ ਅਸੀਂ ਦੂਜੀਆਂ ਕੌਮਾਂ ਦੇ ਮੁਕਾਬਲੇ ਅੱਗੇ ਵਧਣਾ ਹੈ ਅਤੇ 21ਵੀਂ ਸਦੀ ਵਿੱਚ ਮਾਣਜਨਕ ਢੰਗ ਨਾਲ ਪ੍ਰਵੇਸ਼ ਕਰਨਾ ਹੈ। ਡੰਡੀ ਸਾਨੂੰ ਆਪਣੇ ਨੌਜਵਾਨ ਨੂੰ ਵੱਖ-ਵੱਖ ਕਿੱਤਿਆਂ ਵਿੱਚ ਪ੍ਰਵੀਨ ਹੋ ਕੇ ਆਪਣਾ ਜੀਵਨ ਨਿਰਬਾਹ ਕਰਨ ਦੀ ਸੋਝੀ ਕਰਵਾਉਣ ਲਈ ਚੇਤਨ ਉਪਰਾਲੇ ਕਰਨੇ ਚਾਹੀਦੇ ਹਨ। ਡੰਡੀ ਇਸ ਲਈ ਨੀਤੀਵਾਨਾਂ ਦਾ ਧਿਆਨ ਕੇਵਲ ਆਰਟਸ ਕਾਲਜਾਂ ਤੇ ਜਮਾਤੀ ਸਕੂਲਾਂ ਵਿੱਚ ਦਿੱਤੀ ਜਾਣ ਵਾਲੀ ਬੇਮਨੋਰਥ ਵਿੱਦਿਆ ਤੋਂ ਹਟਾ ਕੇ ਪੇਸ਼ੇਵਰਾਨਾ ਸਿੱਖਿਆ ਵੱਲ ਕੇਂਦਰਿਤ ਹੋਣਾ ਚਾਹੀਦਾ ਹੈ, ਤਾਂ ਜੋ ਹਰ ਨੌਜਵਾਨ ਆਪਣੇ ਹੁਨਰ ਸਦਕਾ ਖੁਦ ਬਖੁਦ ਦੇਸ਼ ਦੀ ਆਰਥਿਕਤਾ ਵਿੱਚ ਹਿੱਸਾ ਪਾਉਣ ਜੋਗਾ ਹੋ ਸਕੇ। ਡੰਡੀ ਤਕਨੀਕੀ ਗਿਆਨ ਦਾ ਹੜ੍ਹ ਆ ਜਾਣ ਨਾਲ ਦੇਸ਼ ਦੀ ਪ੍ਰਗਤੀ ਵਿੱਚ ਇਨਕਲਾਬੀ ਪਰਿਵਰਤਨ ਅਵੱਸ਼ ਆਵੇਗਾ। ਡੰਡੀ ਇਸ ਤੋਂ ਇਲਾਵਾ ਅਸੀਂ ਵਿੱਦਿਅਕ, ਆਰਥਿਕ ਤੇ ਚਿਕਿਤਸਕ ਖੇਤਰਾਂ ਵਿੱਚ ਅਜਿਹੀਆਂ ਉਲਾਂਘਾਂ ਪੁੱਟੀਏ ਕਿ ਦੁਨੀਆ ਸਾਡੇ ਹਰ ਕਰਮ ਤੋਂ ਪ੍ਰੇਰਿਤ ਹੋਵੇ। ਡੰਡੀ ਇਸ ਸਾਰੇ ਕੁਝ ਲਈ ਕੌਮੀ ਚਰਿੱਤਰ ਦਾ ਨਿਰਮਾਣ ਕਰਨਾ ਬੁਨਿਆਦੀ ਲੋੜ ਹੈ, ਤਾਂ ਜੋ ਸਾਡੇ ਕਿਰਦਾਰ ਵਿੱਚ ਦੂਜੇ ਦੇ ਪ੍ਰਤੀ ਸਨੇਹ, ਪ੍ਰੇਮ, ਸਦਭਾਵਨਾ ਤੇ ਨੇਕ ਨੀਤੀ ਵਧੇ। ਡੰਡੀ ਇੱਕ ਛੋਟੇ ਅਤੇ ਖੁਸ਼ਹਾਲ ਪਰਿਵਾਰ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਬੜੇ ਚੰਗੇ ਅਤੇ ਖੇੜੇ ਭਰੇ ਵਾਤਾਵਰਨ ਵਿੱਚ ਹੁੰਦਾ ਹੈ, ਜਿਸ ਨਾਲ ਉਹਨਾਂ ਦੀ ਜ਼ਿੰਦਗੀ ਉੱਤੇ ਸਮੁੱਚੇ ਤੌਰ 'ਤੇ ਅੱਛਾ ਪ੍ਰਭਾਵ ਪੈਂਦਾ ਹੈ। ਡੰਡੀ ਅਜਿਹੇ ਵਾਤਾਵਰਨ ਵਿੱਚ ਪਲੇ ਬੱਚੇ ਆਪਣੇ ਮਾਪਿਆਂ ਦੀ ਆਮਦਨ ਦੇ ਮੁਕਾਬਲੇ ਵਿੱਚ ਵੱਧ ਲਾਭਦਾਇਕ ਸਿੱਧ ਹੋ ਸਕਦੇ ਹਨ। ਡੰਡੀ ਕੇਵਲ ਇਹੀ ਨਹੀਂ, ਅਜਿਹੇ ਵਾਤਾਵਰਨ ਵਿੱਚ ਮਾਪੇ ਵੀ ਆਪਣੇ ਬੱਚਿਆਂ ਵੱਲ ਵਧੇਰੇ ਧਿਆਨ ਦਿੰਦੇ ਹਨ। ਡੰਡੀ ਇਸ ਦਾ ਅਰਥ ਇਹ ਨਹੀਂ ਕਿ ਵੱਧ ਬੱਚਿਆਂ ਵਾਲੇ ਮਾਪੇ ਉਹਨਾਂ ਨਾਲ ਘੱਟ ਮੋਹ ਕਰਦੇ ਹਨ। ਡੰਡੀ ਅਸਲ ਵਿੱਚ ਹੁੰਦਾ
ਇਹ ਹੈ ਕਿ ਮਾਪਿਆਂ ਦਾ ਸਮਾਂ ਅਤੇ ਧਿਆਨ ਸਭ ਬੱਚਿਆਂ ਵਿੱਚ ਵੰਡਿਆ ਜਾਂਦਾ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਹਰ ਬੱਚੇ ਲਈ ਘੱਟ ਮੋਹ ਅਤੇ ਧਿਆਨ ਵੀ ਘੱਟ ਹੋ ਜਾਂਦਾ ਹੈ। ਡੰਡੀ ਮਾਪਿਆਂ ਵੱਲੋਂ ਯੋਗ ਧਿਆਨ ਅਤੇ ਮੋਹ ਨਾ ਮਿਲਣ ਕਰਕੇ ਬੱਚੇ ਅੰਦਰ ਇਹ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਉਸ ਵੱਲ ਬੇਧਿਆਨੀ ਵਰਤੀ ਜਾ ਰਹੀ ਹੈ, ਜਿਸ ਦਾ ਉਹਨਾਂ ਦੇ ਵਿਅਕਤੀਤਵ ਉੱਤੇ ਬੜਾ ਭੈੜਾ ਪ੍ਰਭਾਵ ਪੈਂਦਾ ਹੈ। ਡੰਡੀ ਸਿੱਟੇ ਵਜੋਂ ਉਹਨਾਂ ਦਾ ਦਿਮਾਗ ਭੈੜੇ ਕੰਮਾਂ ਵੱਲ ਜਾਂਦਾ ਹੈ। ਡੰਡੀ ਵੱਡਾ ਪਰਿਵਾਰ ਜਿੱਥੇ ਦੇਸ਼ ਲਈ ਬੇਲੋੜਾ ਤਾਂ ਬੋਝ ਬਣਦਾ ਹੈ, ਉੱਥੇ ਪਰਿਵਾਰਕ ਸਮੱਸਿਆਵਾਂ ਵੀ ਪੈਦਾ ਕਰ ਦਿੰਦਾ ਹੈ। ਡੰਡੀ ਜੇ ਪਰਿਵਾਰ ਵਿੱਚ ਬਹੁਤੇ ਬੱਚੇ ਹੋਣਗੇ ਤਾਂ ਉਹਨਾਂ ਦਾ ਅਤੇ ਪਰਿਵਾਰ ਦੇ ਹੋਰ ਦੂਜੇ ਜੀਆਂ ਦਾ ਜੀਵਨ ਪੱਧਰ ਉੱਚਾ ਨਹੀਂ ਹੋ ਸਕੇਗਾ। ਡੰਡੀ ਉਹਨਾਂ ਦਾ ਖਾਣਾ ਪਾਣਾ ਨੀਵੇਂ ਪੱਧਰ ਦਾ ਹੋ ਜਾਵੇਗਾ ਅਤੇ ਉਹ ਚੰਗੀ ਅਤੇ ਉੱਚੀ ਵਿੱਦਿਆ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ ਸਕਣਗੇ। ਡੰਡੀ ਸਾਡੀ ਜਨਸੰਖਿਆ ਵਿੱਚ ਵਾਧੇ ਨਾਲ ਦੇਸ਼ ਦੀ ਆਰਥਿਕਤਾ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਵੀ ਬੜਾ ਤਕੜਾ ਖਤਰਾ ਪੈਦਾ ਹੋ ਗਿਆ ਹੈ ਅਤੇ ਇਸ ਦਾ ਸਿੱਧਾ ਪ੍ਰਭਾਵ ਸਾਡੀ ਰਾਸ਼ਟਰੀ ਆਮਦਨ ਉੱਤੇ ਪੈ ਰਿਹਾ ਹੈ। ਡੰਡੀ ਸਾਡੀ ਪੈਦਾਵਾਰ ਭਾਵੇਂ ਵੱਧ ਰਹੀ ਹੈ, ਪਰ ਜਨਸੰਖਿਆ ਦੇ ਵਾਧੇ ਦੇ ਮੁਕਾਬਲੇ ਵਿੱਚ ਕਿਸੇ ਦਿਨ ਇਹ ਬਿਲਕੁਲ ਬੇਅਸਰ ਹੋ ਕੇ ਰਹਿ ਜਾਵੇਗੀ। ਡੰਡੀ ਸਾਡੀ ਵੱਧ ਰਹੀ ਆਬਾਦੀ ਦੇ ਕਾਰਨ ਸਫਾਈ ਸੁਥਰਾਈ ਅਤੇ ਸੰਚਾਰ ਦੇ ਮਸਲੇ ਵੀ ਦਿਨੋਂ ਦਿਨ ਪੇਚੀਦਾ ਹੁੰਦੇ ਜਾ ਰਹੇ ਹਨ। ਡੰਡੀ ਭਾਵੇਂ ਸਰਕਾਰੀ ਪੱਧਰ 'ਤੇ ਜਨਤਾ ਨੂੰ ਵੱਧਦੀ ਵਸੋਂ ਕਾਰਨ ਪਰਿਵਾਰ ਅਤੇ ਦੇਸ਼ ਲਈ ਪੈਦਾ ਹੁੰਦੇ ਸੰਕਟਾਂ ਤੋਂ ਭਲੀ ਭਾਂਤ ਜਾਣੂ ਕਰਾਇਆ ਜਾਂਦਾ ਹੈ, ਪਰ ਫਿਰ ਵੀ ਇਸ ਨੂੰ ਹੋਰ ਦੁਹਰਾਏ ਜਾਣ ਦੀ ਲੋੜ ਹੈ ਅਤੇ ਉਹ ਵੀ ਨਿੱਤ ਨਵੇਂ ਢੰਗ ਨਾਲ। ਡੰਡੀ ਵਿਸ਼ਵ ਵਿੱਚ ਦੇਸ਼ਾਂ ਦੀ ਉੱਨਤੀ ਦੇ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ ਕਿ ਜੀਵਨ ਦੀਆਂ ਕਦਰਾਂ ਕੀਮਤਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਬੜੀ ਤੇਜ਼ੀ ਨਾਲ ਬਦਲਦਾ ਜਾ ਰਿਹਾ ਹੈ। ਡੰਡੀ ਸਥਿਤੀ ਸਾਡੇ ਦੇਸ਼ ਵਿੱਚ ਵੀ ਕੁਝ ਇਸੇ ਤਰ੍ਹਾਂ ਦੀ ਹੈ ਅਤੇ ਇਸ ਦੇ ਸਿੱਟੇ ਵੱਡੇ ਵੱਡੇ ਸ਼ਹਿਰਾਂ ਤੋਂ ਲੈ ਕੇ ਸਾਡੇ ਜੀਵਨ ਤੱਕ ਵੀ ਪ੍ਰਤੱਖ ਹਨ। ਡੰਡੀ ਇਸ ਵੇਲੇ ਸਾਡਾ ਟੀਚਾ ਇਹ ਹੈ ਕਿ ਅਸੀਂ ਇੱਕ ਚੰਗੇਰਾ ਜੀਵਨ ਜੀਵੀਏ ਅਤੇ ਸਭ ਖੇਤਰਾਂ ਵਿੱਚ ਉਤਪਾਦਨ ਵਧਾਈਏ। ਡੰਡੀ ਸਾਡੇ ਕਾਮਿਆਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਜਨਸੰਖਿਆ ਦੀ ਅਜੋਕੀ ਦਰ ਜੇ ਇਸ ਤਰ੍ਹਾਂ ਹੀ ਵੱਧਦੀ ਰਹੀ ਤਾਂ ਇੱਕ ਚੰਗੇਰੇ ਜੀਵਨ ਦਾ ਸਾਡਾ ਸੁਪਨਾ ਖੇਰੂ ਖੇਰੂ ਹੋ ਕੇ ਰਹਿ ਜਾਵੇਗਾ। ਡੰਡੀ ਦੇਸ਼ ਦੇ ਹਰ ਮਨੁੱਖ ਨੂੰ ਮਹਿਸੂਸ ਕਰਨਾ ਪਵੇਗਾ ਕਿ ਛੋਟਾ ਪਰਿਵਾਰ ਅਸਲ ਜੀਵਨ ਦੀ ਖੁਸ਼ਹਾਲੀ ਅਤੇ ਚੰਗੇਰੇਪਣ ਲਈ ਇੱਕ ਬੁਨਿਆਦੀ ਲੋੜ ਵੀ ਹੈ। ਡੰਡੀ ਛੋਟੇ ਪਰਿਵਾਰ ਤੋਂ ਮੁਰਾਦ ਮਾਂ ਬਾਪ ਅਤੇ ਉਹਨਾਂ ਦੇ 2 ਬੱਚਿਆਂ ਉੱਤੇ ਆਧਾਰਿਤ ਪਰਿਵਾਰ ਤੋਂ ਹੈ। ਡੰਡੀ